ਸਤਿ ਸ਼੍ਰੀ ਅਕਾਲ ਦੋਸਤੋ। ਕਹਾਣੀ ਦਾ ਦੂਜਾ ਭਾਗ ਲੈ ਕੇ ਮੈਂ ਹਾਜ਼ਰ ਹਾਂ। ਹੁਣ ਤੱਕ ਤੁਸੀਂ ਸੁਣਿਆ ਸੀ ਕਿ ਜਦੋਂ ਮੈਂ ਆਪਣੇ ਪਿਤਾ ਦੇ ਘਰੋਂ ਵਿਦਾ ਹੋ ਕੇ ਬੰਟੀ ਦੇ ਘਰ ਆਈ ਤਾਂ ਬੰਟੀ ਦਾ ਘਰ ਦੇਖ ਕੇ ਮੈਂ ਘਬਰਾ ਗਈ ਸੀ, ਕਿਉਂਕਿ ਬੰਟੀ ਦੇ ਘਰ ਦੇ ਹਾਲਾਤ ਤਾਂ ਮੇਰੀ ਸੋਚ ਤੋਂ ਵੀ ਵੱਧ ਕੇ ਜ਼ਿਆਦਾ ਖਰਾਬ ਸਨ। ਉਸ ਦਾ ਕਮਰਾ ਵੀ ਬਹੁਤ ਛੋਟਾ ਜਿਹਾ ਸੀ, ਜਿਸ ਵਿੱਚ ਅਜੀਬ ਜਿਹਾ ਟੁੱਟਿਆ ਫਰਨੀਚਰ ਪਿਆ ਸੀ। ਪਰ ਜਦੋਂ ਬੰਟੀ ਮੇਰੇ ਸਾਹਮਣੇ ਆ ਕੇ ਬੈਠਾ ਤਾਂ ਮੈਂ ਦੁਨੀਆ ਦੇ ਸਾਰੇ ਦੁੱਖ ਭੁਲਾ ਦਿੱਤੇ। ਬੰਟੀ ਨੇ ਮੇਰਾ ਹੱਥ ਫੜ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਹ ਆਖਣ ਲੱਗਿਆ ਕਿ ਲਤਾ, ਜਦੋਂ ਮੈਂ ਤੈਨੂੰ ਬੱਸ 'ਚ ਦੇਖਿਆ ਸੀ ਤਾਂ ਮੈਨੂੰ ਮੇਰੀ ਮੁਹੱਬਤ ਮਿਲ ਗਈ ਸੀ, ਪਰ ਮੈਂ ਜਾਣਦਾ ਸੀ ਕਿ ਇਹ ਮੁਲਾਕਾਤ ਪਹਿਲੀ ਤੇ ਆਖਰੀ ਹੈ। ਇਸ ਲਈ ਮੈਂ ਆਪਣੇ ਦਿਲੋਂ ਤੇਰਾ ਖਿਆਲ ਮਿਟਾ ਦਿੱਤਾ ਸੀ। ਪਰ ਜਦੋਂ ਤੂੰ ਖੁਦ ਮੇਰੇ ਨਾਲ ਫੇਸਬੁੱਕ ਤੇ ਗੱਲ ਕੀਤੀ ਤਾਂ ਮੈਨੂੰ ਆਪਣੀ ਖੁਸ਼ਕਿਸਮਤੀ ਤੇ ਯਕੀਨ ਹੀ ਨਹੀਂ ਆ ਰਿਹਾ ਸੀ। ਲਤਾ, ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਤੇਰੇ ਲਈ ਸਭ ਕੁਝ ਠੀਕ ਕਰ ਲਵਾਂਗਾ। ਅਜੇ ਮੇਰਾ ਘਰ ਛੋਟਾ ਜਿਹਾ ਹੈ, ਮੇਰੇ ਹਾਲਾਤ ਵੀ ਚੰਗੇ ਨਹੀਂ ਹਨ, ਪਰ ਜੇਕਰ ਤੂੰ ਮੇਰਾ ਸਾਥ ਦੇਵੇਂਗੀ ਤਾਂ ਇਹ ਮੁਸ਼ਕਲ ਸਮਾਂ ਵੀ ਬੀਤ ਜਾਵੇਗਾ ਤੇ ਸਭ ਕੁਝ ਸਹੀ ਹੋ ਜਾਵੇਗਾ। ਮੈਂ ਮੁਸਕਰਾ ਕੇ ਬੋਲੀ ਕਿ ਬੰਟੀ, ਤੁਸੀਂ ਮੇਰੇ ਤੋਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਲੁਕਾਈ ਤੇ ਸਭ ਕੁਝ ਦੱਸ ਦਿੱਤਾ ਸੀ, ਪਰ ਫਿਰ ਵੀ ਮੈਂ ਤੁਹਾਡੇ ਨਾਲ ਹੀ ਵਿਆਹ ਕਰਨਾ ਸੀ ਤੇ ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਹਮੇਸ਼ਾ ਤੁਹਾਡਾ ਸਾਥ ਦੇਵਾਂਗੀ। ਮੇਰੀ ਗੱਲ ਸੁਣ ਕੇ ਬੰਟੀ ਮੁਸਕਰਾਉਣ ਲੱਗਾ ਤੇ ਉਸਨੇ ਮੈਨੂੰ ਮੂੰਹ ਦਿਖਾਈ ਦੀ ਅੰਗੂਠੀ ਮੇਰੀ ਉਂਗਲ 'ਚ ਪਾ ਦਿੱਤੀ। ਅਸੀਂ ਦੋਵੇਂ ਅਜੇ ਗੱਲਾਂ ਹੀ ਕਰ ਰਹੇ ਸੀ ਕਿ ਅਚਾਨਕ ਬੰਟੀ ਨੂੰ ਫੋਨ ਆਇਆ। ਫੋਨ ਸੁਣ ਕੇ ਉਹ ਪਰੇਸ਼ਾਨ ਜਿਹਾ ਹੋ ਗਿਆ। ਫਿਰ ਮੈਨੂੰ ਆਖਣ ਲੱਗਾ ਕਿ ਲਤਾ, ਮੈਨੂੰ ਬਹੁਤ ਜ਼ਰੂਰੀ ਕੰਮ ਕਰਕੇ ਜਾਣਾ ਪਵੇਗਾ, ਤੁਸੀਂ ਪਲੀਜ਼ ਮੇਰੀ ਮਾਂ ਦੇ ਕਮਰੇ ਵਿੱਚ ਜਾ ਕੇ ਸੌਂ ਜਾਓ। ਮੈਂ ਹੈਰਾਨ ਰਹਿ ਗਈ ਸੀ। ਮੈਂ ਬੋਲੀ, ਬੰਟੀ, ਕਿ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਜ਼ਰੂਰੀ ਕੰਮ ਹੈ? ਬੰਟੀ ਦੇ ਚਿਹਰੇ ਤੇ ਪਰੇਸ਼ਾਨੀ ਸਾਫ਼ ਦਿਸ ਰਹੀ ਸੀ। ਉਹ ਆਖਣ ਲੱਗਾ ਕਿ ਪਲੀਜ਼ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਤੁਸੀਂ ਮੇਰੀ ਮਾਂ ਦੇ ਕਮਰੇ 'ਚ ਚਲੇ ਜਾਓ। ਮੈਂ ਗੁੱਸੇ 'ਚ ਉੱਠੀ ਤੇ ਕੱਪੜੇ ਬਦਲ ਕੇ ਆਪਣੀ ਸੱਸ ਦੇ ਕਮਰੇ 'ਚ ਚਲੀ ਗਈ। ਮੈਂ ਸੱਸ ਨੂੰ ਬੋਲੀ ਕਿ ਬੰਟੀ ਕਿਸੇ ਕੰਮ ਲਈ ਬਾਹਰ ਜਾ ਰਿਹਾ ਹੈ, ਉਹਨਾਂ ਨੇ ਮੈਨੂੰ ਤੁਹਾਡੇ ਕਮਰੇ 'ਚ ਭੇਜ ਦਿੱਤਾ ਹੈ। ਮੇਰੀ ਸੱਸ ਮੁਸਕਰਾ ਕੇ ਬੋਲੀ ਕਿ ਕੋਈ ਗੱਲ ਨਹੀਂ ਧੀਏ, ਤੂੰ ਮੇਰੇ ਕਮਰੇ ਸੌਂ ਜਾ। ਮੈਂ ਚੁੱਪਚਾਪ ਬਿਸਤਰ ਤੇ ਪੈ ਗਈ। ਮੇਰਾ ਦਿਲ ਬਹੁਤ ਜ਼ਿਆਦਾ ਬੋਝਲ ਜਾ ਹੋ ਗਿਆ ਸੀ। ਮੈਂ ਬੰਟੀ ਖਾਤਰ ਆਪਣੇ ਪਿਤਾ ਨੂੰ ਨਾਰਾਜ਼ ਕਰਕੇ ਆਈ ਸੀ ਤੇ ਇਹ ਵਿਆਹ ਦੀ ਪਹਿਲੀ ਰਾਤ ਹੀ ਮੈਨੂੰ ਛੱਡ ਕੇ ਆਪਣੇ ਕੰਮ ਚਲਾ ਗਿਆ। ਮੈਂ ਬਹੁਤ ਜ਼ਿਆਦਾ ਦੁਖੀ ਸੀ। ਇੰਝ ਹੀ ਸੋਚਦੇ ਸੋਚਦੇ ਮੇਰੀ ਅੱਖ ਲੱਗ ਗਈ। ਜਦੋਂ ਸਵੇਰੇ ਉੱਠੀ ਤਾਂ ਬੰਟੀ ਘਰੇ ਹੀ ਸੀ। ਮੈਂ ਉਸ ਨਾਲ ਕੋਈ ਗੱਲ ਨਹੀਂ ਸੀ ਕੀਤੀ। ਬੰਟੀ ਨੇ ਮੇਰੇ ਅੱਗੇ ਹੱਥ ਜੋੜ ਕੇ ਮੇਰੇ ਤੋਂ ਮਾਫੀ ਮੰਗੀ। ਫਿਰ ਕਿਤੇ ਜਾ ਕੇ ਮੇਰੇ ਦਿਲੋਂ ਉਦਾਸੀ ਖਤਮ ਹੋਈ ਸੀ। ਬੰਟੀ ਦੇ ਘਰ ਦਾ ਮਾਹੌਲ ਬਹੁਤ ਚੰਗਾ ਸੀ। ਉਹ ਆਪਣੀ ਮਾਂ ਦੇ ਸਾਹਮਣੇ ਮੇਰੇ ਨਾਲ ਹਾਸਾ ਮਜ਼ਾਕ ਜਿਹਾ ਕਰ ਲੈਂਦਾ ਸੀ। ਮੇਰਾ ਦਿਓਰ ਵੀ ਮੈਨੂੰ ਭਾਬੀ ਭਾਬੀ ਕਹਿੰਦਾ ਥੱਕਦਾ ਨਹੀਂ ਸੀ। ਮੈਨੂੰ ਮਾਂ ਦੀ ਬਹੁਤ ਜ਼ਿਆਦਾ ਯਾਦ ਆ ਰਹੀ ਸੀ। ਮੇਰੀ ਮਾਂ ਤਾਂ ਇਸ ਦੁਨੀਆ 'ਚ ਮੇਰੇ ਤੋਂ ਬਿਨਾਂ ਹੈ ਹੀ ਕੌਣ ਸੀ। ਪਿਤਾ ਜੀ ਤਾਂ ਮਾਂ ਨਾਲ ਜ਼ਿਆਦਾ ਗੱਲਬਾਤ ਨਹੀਂ ਕਰਦੇ ਸਨ। ਫਿਰ ਮੇਰੇ ਚਾਰੇ ਭਰਾ ਵੀ ਪਿਤਾ ਜੀ ਤੇ ਹੀ ਗਏ ਸਨ। ਉਹ ਵੀ ਬਿਲਕੁਲ ਪਿਤਾ ਜੀ ਵਰਗੀਆਂ ਹਰਕਤਾਂ ਹੀ ਕਰਦੇ ਸਨ। ਅਜਿਹੇ 'ਚ ਅਸੀਂ ਮਾਂ ਬੇਟੀ ਹੀ ਇੱਕ ਦੂਜੇ ਦਾ ਸਹਾਰਾ ਸੀ। ਖੈਰ, ਮੈਨੂੰ ਯਕੀਨ ਸੀ ਕਿ ਬੰਟੀ ਨਾਲ ਮੇਰੀ ਜ਼ਿੰਦਗੀ ਬਹੁਤ ਚੰਗੀ ਲੰਘੇਗੀ। ਰਾਤ ਹੋਈ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ। ਫਿਰ ਮੈਂ ਆਪਣੇ ਕਮਰੇ 'ਚ ਆ ਗਈ ਤੇ ਬੰਟੀ ਵੀ ਮੇਰੇ ਪਿੱਛੇ ਪਿੱਛੇ ਹੀ ਆ ਗਿਆ। ਉਹ ਮੇਰੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗਿਆ। ਅਸੀਂ ਦੋਵੇਂ ਇਕੱਠੇ ਬਹੁਤ ਖੁਸ਼ ਸੀ। ਪਰ ਅੱਜ ਫਿਰ ਬੰਟੀ ਨੂੰ ਇੱਕ ਫੋਨ ਆਇਆ, ਜਿਸ ਨੂੰ ਸੁਣ ਕੇ ਬੰਟੀ ਪਰੇਸ਼ਾਨ ਹੋ ਗਿਆ। ਬੰਟੀ ਤੋਂ ਜ਼ਿਆਦਾ ਤਾਂ ਮੈਂ ਪਰੇਸ਼ਾਨ ਹੋ ਗਈ ਸੀ ਕਿ ਕਿਤੇ ਫਿਰ ਤੋਂ ਇਹ ਮੈਨੂੰ ਛੱਡ ਕੇ ਤਾਂ ਨਹੀਂ ਚਲੇ ਜਾਣਗੇ। ਤਦ ਹੀ ਬੰਟੀ ਆਖਣ ਲੱਗਿਆ ਕਿ ਲਤਾ, ਤੂੰ ਮੇਰੀ ਮਾਂ ਦੇ ਕਮਰੇ ਚਲੀ ਜਾ, ਮੈਨੂੰ ਕੰਮ ਹੈ। ਮੈਂ ਗੁੱਸੇ 'ਚ ਬੋਲੀ ਕਿ ਬੰਟੀ, ਮੇਰਾ ਵਿਆਹ ਤੁਹਾਡੇ ਨਾਲ ਹੋਇਆ ਹੈ ਜਾਂ ਤੁਹਾਡੀ ਮਾਂ ਦੇ ਨਾਲ, ਜੋ ਤੁਸੀਂ ਇਹ ਸਭ ਕਰ ਰਹੇ ਹੋ? ਅੱਜ ਮੈਂ ਤੁਹਾਨੂੰ ਕਿਤੇ ਨਹੀਂ ਜਾਣ ਦਿਆਂਗੀ। ਮੇਰੀ ਗੱਲ ਸੁਣ ਕੇ ਬੰਟੀ ਹੱਸ ਕੇ ਬੋਲਿਆ ਕਿ ਲਤਾ, ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਹਰ ਦੁੱਖ ਸੁੱਖ 'ਚ ਮੇਰਾ ਸਾਥ ਦੇਵੇਂਗੀ, ਤਾਂ 2 ਦਿਨਾਂ 'ਚ ਹੀ ਹਿੰਮਤ ਹਾਰ ਦਿੱਤੀ। ਮੈਂ ਗੁੱਸੇ 'ਚ ਬੋਲੀ ਕਿ ਬੰਟੀ, ਮੈਨੂੰ ਸੱਚ ਦੱਸੋ ਕਿ ਤੁਸੀਂ ਮੈਨੂੰ ਛੱਡ ਕੇ ਕਿੱਥੇ ਜਾਂਦੇ ਹੋ? ਬੰਟੀ ਆਖਣ ਲੱਗਿਆ ਕਿ ਤੂੰ ਬਿਨਾਂ ਵਜ੍ਹਾ ਮੇਰੇ ਤੇ ਸ਼ੱਕ ਨਾ ਕਰ। ਮੈਂ ਬਹੁਤ ਜ਼ਿਆਦਾ ਮਜਬੂਰ ਹਾਂ, ਤੈਨੂੰ ਛੱਡ ਕੇ ਜਾਂਦਾ ਹਾਂ। ਤੂੰ ਸੋਚ ਵੀ ਨਹੀਂ ਸਕਦੀ ਕਿ ਮੈਂ ਖੁਦ ਕਿੰਨਾ ਬੇਬਸ ਮਹਿਸੂਸ ਕਰਦਾ ਹਾਂ। ਬੰਟੀ ਨੇ ਮੈਨੂੰ ਜ਼ਬਰਦਸਤੀ ਹੀ ਆਪਣੀ ਮਾਂ ਦੇ ਕਮਰੇ 'ਚ ਭੇਜ ਦਿੱਤਾ। ਅੱਜ ਤਾਂ ਮੇਰੀਆਂ ਅੱਖਾਂ 'ਚ ਹੰਝੂ ਨਿਕਲ ਰਹੇ ਸਨ। ਮੈਂ ਸੋਚਿਆ ਕਿ ਬੰਟੀ ਨਾਲ ਜ਼ਿੰਦਗੀ ਪਿਆਰ ਮੁਹੱਬਤ ਨਾਲ ਲੰਘੇਗੀ, ਪਰ ਉਹ ਵੀ ਹੁਣ ਅਜੀਬ ਜਿਹਾ ਲੱਗਣ ਲੱਗਿਆ ਸੀ, ਕਿਉਂਕਿ ਕਿਹੜਾ ਪਤੀ ਆਪਣੀ ਨਾ ਵਿਆਹੁਤਾ ਪਤਨੀ ਨੂੰ ਆਪਣੀ ਮਾਂ ਦੇ ਕਮਰੇ 'ਚ ਛੱਡ ਕੇ ਜਾਂਦਾ ਹੈ। ਇਹ ਸਾਰੀਆਂ ਗੱਲਾਂ
ਮੇਰੇ ਦਿਮਾਗ 'ਚ ਸਵਾਰ ਹੋ ਰਹੀਆਂ ਸਨ। ਇਸੇ ਕਾਰਨ ਮੇਰੀਆਂ ਹੱਡੀਆਂ 'ਚ ਵੀ ਬਹੁਤ ਜ਼ਿਆਦਾ ਦਰਦ ਹੋਣ ਲੱਗਿਆ ਸੀ। ਅੱਜ ਤੋਂ ਪਹਿਲਾਂ ਮੈਨੂੰ ਕਦੇ ਅਜਿਹਾ ਨਹੀਂ ਹੋਇਆ ਸੀ। ਮੈਂ ਤਾਂ ਪੂਰੀ ਤੰਦਰੁਸਤ ਲੜਕੀ ਸੀ। ਮੈਂ ਅਕਸਰ ਮਾਂ ਦੇ ਮੂੰਹ ਸੁਣਿਆ ਸੀ ਕਿ ਟੈਨਸ਼ਨ ਲੈਣ ਨਾਲ ਸਰੀਰ ਬੇਜਾਨ ਜਿਹਾ ਲੱਗਣ ਲੱਗਦਾ ਹੈ। ਮੈਂ ਵੀ ਸਮਝ ਗਈ ਸੀ ਕਿ ਬੰਟੀ ਦਾ ਇਹ ਰਵੱਈਆ ਮੇਰੀ ਜਾਨ ਚੂਸ ਰਿਹਾ ਹੈ। ਇਸ ਦੇ ਨਾਲ ਹੀ ਮੈਂ ਮਹਿਸੂਸ ਕੀਤਾ ਸੀ ਕਿ ਹੁਣ ਮੇਰੀ ਸੱਸ ਬਹੁਤ ਖੁਸ਼ ਰਹਿਣ ਲੱਗੀ ਸੀ। ਸਗੋਂ ਇੰਝ ਆਖਾਂ ਕਿ ਉਹ ਪਹਿਲਾਂ ਤੋਂ ਵੀ ਜ਼ਿਆਦਾ ਜਵਾਨ ਨਜ਼ਰ ਆਉਂਦੀ ਸੀ ਤਾਂ ਵੀ ਗਲਤ ਨਹੀਂ ਹੋਵੇਗਾ। ਮੇਰੇ ਪਤੀ ਦਾ ਹਰ ਰੋਜ਼ ਬਾਹਰ ਜਾਣਾ ਤੇ ਮੇਰੀ ਸੱਸ ਦਾ ਖੁਸ਼ ਰਹਿਣਾ, ਇਸ ਪਿੱਛੇ ਕੀ ਕਾਰਨ ਹੈ? ਇਸ ਸਾਰੇ ਮਾਮਲੇ ਦੀ ਸੱਚਾਈ ਕਿੱਥੋਂ ਪਤਾ ਕਰਾਂ? ਇਹ ਸੋਚ ਰਹੀ ਸੀ ਤਾਂ ਮੇਰੇ ਦਿਮਾਗ ਵਿੱਚ ਮੇਰੇ ਦਿਓਰ ਦਾ ਖਿਆਲ ਆਇਆ। ਉਹ ਅਜੇ ਛੋਟਾ ਸੀ, ਉਸ ਨੂੰ ਗੱਲਾਂ 'ਚ ਲਾ ਕੇ ਕੁਝ ਵੀ ਪੁੱਛਿਆ ਜਾ ਸਕਦਾ ਸੀ। ਇੱਕ ਦਿਨ ਮੇਰੀ ਸੱਸ ਘਰੇ ਨਹੀਂ ਸੀ ਤੇ ਮੇਰਾ ਦਿਓਰ ਚਿੰਟੂ ਵਿਹੜੇ 'ਚ ਬੈਠਾ ਪੜ੍ਹ ਰਿਹਾ ਸੀ। ਮੈਂ ਉਸ ਦੇ ਕੋਲ ਜਾ ਕੇ ਬੈਠੀ। ਮੈਂ ਉਸ ਨੂੰ ਪੁੱਛਿਆ ਕਿ ਚਿੰਟੂ, ਇੱਕ ਗੱਲ ਦੱਸ, ਮੇਰੇ ਤੋਂ ਪਹਿਲਾਂ ਕਿ ਬੰਟੀ ਦੀ ਮੰਗਣੀ ਹੋ ਚੁੱਕੀ ਸੀ? ਉਹ ਮੇਰੀ ਗੱਲ ਸੁਣ ਕੇ ਹੱਸਣ ਲੱਗ ਗਿਆ। ਆਖਣ ਲੱਗਾ ਕਿ ਭਾਬੀ, ਮੈਨੂੰ ਤਾਂ ਇਸ ਗੱਲ ਤੇ ਯਕੀਨ ਨਹੀਂ ਹੋ ਰਿਹਾ ਕਿ ਤੁਸੀਂ ਇੰਨੇ ਖੂਬਸੂਰਤ ਹੋਣ ਦੇ ਬਾਵਜੂਦ ਵੀ ਬੰਟੀ ਭਰਾ ਨਾਲ ਵਿਆਹ ਕਰਨ ਲਈ ਕਿਵੇਂ ਰਾਜੀ ਹੋ ਗਏ। ਪਾਪਾ ਦੀ ਮੌਤ ਤੋਂ ਬਾਅਦ ਘਰੇ ਬਹੁਤ ਜ਼ਿਆਦਾ ਗਰੀਬੀ ਹੋ ਗਈ ਸੀ ਤੇ ਮੇਰੀ ਭੈਣ ਵੀ ਬਹੁਤ ਜ਼ਿਆਦਾ ਬਿਮਾਰ ਹੈ। ਸਾਰੇ ਹਾਲਾਤ ਤੁਹਾਡੇ ਸਾਹਮਣੇ ਹੀ ਹਨ। ਮਾਂ ਨੇ ਇੱਕ ਦੋ ਘਰਾਂ 'ਚ ਬੰਟੀ ਭਰਾ ਦਾ ਰਿਸ਼ਤਾ ਮੰਗਿਆ ਸੀ ਪਰ ਉਹਨਾਂ ਨੇ ਮਨਾ ਕਰ ਦਿੱਤਾ ਸੀ। ਮਾਂ ਬਹੁਤ ਪਰੇਸ਼ਾਨ ਲੱਗੀ ਸੀ ਤਾਂ ਇੱਕ ਦਿਨ ਬੰਟੀ ਭਰਾ ਨੇ ਮਾਂ ਨੂੰ ਕਿਹਾ ਕਿ ਉਹ ਇੱਕ ਲੜਕੀ ਨੂੰ ਪਸੰਦ ਕਰਦਾ ਹੈ, ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ, ਇਸ ਲਈ ਰਿਸ਼ਤਾ ਮੰਗ ਲਓ। ਤਾਂ ਮਾਂ ਆਖਣ ਲੱਗੀ ਕਿ ਮੈਂ ਰਿਸ਼ਤਾ ਤਾਂ ਮੰਗ ਲਵਾਂਗੀ ਪਰ ਅੱਗੋਂ ਮਨਾ ਹੋ ਜਾਵੇਗਾ। ਤਾਂ ਭਰਾ ਬੋਲਿਆ ਕਿ ਨਹੀਂ, ਇਸ ਵਾਰ ਮਨਾ ਨਹੀਂ ਹੋਵੇਗਾ। ਫਿਰ ਭਰਾ ਦੀ ਗੱਲ ਸੱਚ ਸਾਬਤ ਹੋਈ। ਮਾਂ ਨੇ ਤੁਹਾਡਾ ਰਿਸ਼ਤਾ ਮੰਗ ਲਿਆ ਸੀ ਤੇ ਮਨਾ ਵੀ ਨਹੀਂ ਹੋਇਆ। ਮਾਂ ਬਹੁਤ ਜ਼ਿਆਦਾ ਖੁਸ਼ ਸੀ। ਫਿਰ ਤੁਸੀਂ ਵਿਆਹ ਕੇ ਸਾਡੇ ਘਰ ਆ ਗਏ। ਚਿੰਟੂ ਨਾਲ ਗੱਲ ਕਰਕੇ ਮੇਰਾ ਦਿਲ ਬਹੁਤ ਹਲਕਾ ਜਿਹਾ ਹੋ ਗਿਆ। ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਕਿ ਚਿੰਟੂ ਦੀ ਇੱਕ ਭੈਣ ਵੀ ਹੈ ਤੇ ਉਹ ਬਿਮਾਰ ਹੈ। ਪਰ ਬਿਮਾਰ ਹੈ ਤੇ ਕਿੱਥੇ ਹੈ ਤੇ ਮੇਰੇ ਤੋਂ ਬੰਟੀ ਨੇ ਇਹ ਗੱਲ ਕਿਉਂ ਲੁਕਾਈ? ਮੈਂ ਚਿੰਟੂ ਕੋਲੋਂ ਉੱਠ ਕੇ ਰਸੋਈ 'ਚ ਚਲੀ ਗਈ। ਮੇਰੇ ਤੇ ਬੰਟੀ ਦੇ ਵਿਆਹ ਨੂੰ 2 ਹਫ਼ਤੇ ਹੋ ਗਏ ਸਨ ਤੇ ਉਹ ਹਰ ਰਾਤ ਮੈਨੂੰ ਆਪਣੀ ਮਾਂ ਦੇ ਕਮਰੇ 'ਚ ਛੱਡ ਕੇ ਖੁਦ ਬਾਹਰ ਕਿਤੇ ਚਲਾ ਜਾਂਦਾ ਸੀ। ਹੁਣ ਮੈਨੂੰ ਸ਼ੱਕ ਹੋਣ ਲੱਗਿਆ ਕਿ ਕਿਤੇ ਬੰਟੀ ਨੇ ਬਾਹਰ ਕਿਸੇ ਹੋਰ ਨਾਲ ਵਿਆਹ ਤਾਂ ਨਹੀਂ ਕਰਾ ਰੱਖਿਆ। ਮੈਨੂੰ ਹਰ ਰਾਤ ਆਪਣੀ ਸੱਸ ਦੇ ਕਮਰੇ 'ਚ ਜਾਣਾ ਬਿਲਕੁਲ ਚੰਗਾ ਨਹੀਂ ਸੀ ਲੱਗਦਾ ਪਰ ਮਜਬੂਰੀ ਸੀ। ਹੁਣ ਮੈਂ ਬਹੁਤ ਜ਼ਿਆਦਾ ਕਮਜ਼ੋਰ ਵੀ ਹੋ ਗਈ ਸੀ। ਮੇਰੀਆਂ ਹੱਡੀਆਂ 'ਚ ਬਹੁਤ ਜ਼ਿਆਦਾ ਦਰਦ ਵੀ ਰਹਿਣ ਲੱਗਿਆ ਸੀ ਤੇ ਮੇਰੀ ਸੱਸ ਪਹਿਲਾਂ ਨਾਲ ਚੰਗੀ ਹੋਣ ਲੱਗੀ ਸੀ। ਮੈਨੂੰ ਇਹ ਸਭ ਅਜੀਬ ਜਿਹਾ ਲੱਗਦਾ ਸੀ। ਇੱਕ ਦਿਨ ਮੇਰੇ ਸਾਰੇ ਸਰੀਰ 'ਚ ਬਹੁਤ ਜ਼ਿਆਦਾ ਦਰਦ ਸੀ। ਬੰਟੀ ਕੰਮ ਤੋਂ ਘਰ ਆਇਆ ਤਾਂ ਮੈਂ ਰੋਣ ਲੱਗੀ ਤੇ ਬੰਟੀ ਨੂੰ ਆਖਿਆ ਕਿ ਮੈਨੂੰ ਡਾਕਟਰ ਦੇ ਕੋਲ ਲੈ ਜਾਓ, ਮੇਰੇ ਸਰੀਰ 'ਚ ਬਹੁਤ ਜ਼ਿਆਦਾ ਦਰਦ ਹੈ। ਬੰਟੀ ਸੋਚ 'ਚ ਪੈ ਗਿਆ ਤੇ ਬੋਲਿਆ ਕਿ ਇਸ ਚੀਜ਼ ਦਾ ਇਲਾਜ ਤਾਂ ਸ਼ਾਇਦ ਡਾਕਟਰ ਦੇ ਕੋਲ ਵੀ ਨਾ ਹੋਵੇ। ਬੰਟੀ ਆਪਣੀ ਮਾਂ ਦੇ ਕਮਰੇ 'ਚ ਚਲਾ ਗਿਆ ਤੇ ਜਦੋਂ ਵਾਪਸ ਆਇਆ ਤਾਂ ਉਸਨੇ ਹੱਥ 'ਚ ਇੱਕ ਪੁੜੀ ਫੜੀ ਹੋਈ ਸੀ। ਬੰਟੀ ਆਖਣ ਲੱਗਾ ਕਿ ਤੂੰ ਇਹ ਖਾ ਲੈ, ਤੇਰੀਆਂ ਹੱਡੀਆਂ ਦਾ ਦਰਦ ਚਲਾ ਜਾਵੇਗਾ। ਬੰਟੀ ਦੀ ਇਸ ਹਰਕਤ ਤੇ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਪੁੜੀ ਫੜ ਕੇ ਹੇਠਾਂ ਸੁੱਟ ਦਿੱਤੀ। ਮੇਰੀਆਂ ਅੱਖਾਂ 'ਚ ਹੰਝੂ ਵਗ ਰਹੇ ਸਨ। ਮੈਂ ਬੰਟੀ ਨੂੰ ਕਿਹਾ ਕਿ ਮੈਂ ਤੁਹਾਡੀ ਇੱਕ ਚੰਗੀ ਗੱਲ ਦੇਖ ਕੇ ਸੋਚ ਲਿਆ ਸੀ ਕਿ ਤੁਸੀਂ ਬਹੁਤ ਚੰਗੇ ਇਨਸਾਨ ਹੋਵੋਗੇ ਤੇ ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਤੇ ਤੁਹਾਡੇ ਨਾਲ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਰ ਅੱਜ ਮੈਨੂੰ ਲੱਗ ਰਿਹਾ ਹੈ ਕਿ ਮੇਰਾ ਫੈਸਲਾ ਗਲਤ ਹੈ। ਮੈਂ ਤੁਹਾਡੇ ਨਾਲ ਨਹੀਂ ਰਹਿਣਾ, ਮੈਨੂੰ ਤੁਹਾਡੇ ਤੋਂ ਤਲਾਕ ਚਾਹੀਦਾ ਹੈ। ਮੇਰੀ ਇਹ ਗੱਲ ਸੁਣ ਕੇ ਬੰਟੀ ਹੈਰਾਨ ਰਹਿ ਗਿਆ ਸੀ। ਉਹ ਆਖਣ ਲੱਗਿਆ ਕਿ ਤੂੰ ਇੰਨੀ ਛੇਤੀ ਮੇਰਾ ਸਾਥ ਛੱਡ ਦੇਵੇਂਗੀ? ਮੈਂ ਕਦੇ ਸੋਚਿਆ ਵੀ ਨਹੀਂ ਸੀ। ਇਹ ਆਖ ਕੇ ਬੰਟੀ ਬਾਹਰ ਚਲਾ ਗਿਆ ਤੇ ਮੇਰਾ ਦਿਓਰ ਕਮਰੇ 'ਚ ਆ ਗਿਆ ਤੇ ਮੈਨੂੰ ਰੋਂਦੀ ਨੂੰ ਦੇਖ ਕੇ ਪੁੱਛਣ ਲੱਗਿਆ ਕਿ ਭਾਬੀ, ਤੁਸੀਂ ਕਿਉਂ ਰੋ ਰਹੇ ਹੋ? ਮੈਂ ਉਸ ਨੂੰ ਕਿਹਾ ਕਿ ਮੇਰੀਆਂ ਹੱਡੀਆਂ 'ਚ ਬਹੁਤ ਜ਼ਿਆਦਾ ਦਰਦ ਹੈ, ਮੈਨੂੰ ਕੋਈ ਡਾਕਟਰ ਕੋਲ ਨਹੀਂ ਲੈ ਕੇ ਜਾ ਰਿਹਾ। ਮੇਰੀ ਗੱਲ ਸੁਣ ਕੇ ਚਿੰਟੂ ਬੋਲਿਆ ਕਿ ਭਾਬੀ, ਮਾਂ ਤੁਹਾਡੇ ਨਾਲ ਚੰਗਾ ਨਹੀਂ ਕਰ ਰਹੀ, ਉਹ ਆਪਣੀ ਬੇਟੀ ਖਾਤਰ ਤੁਹਾਨੂੰ ਬਿਮਾਰ ਕਰ ਰਹੀ ਹੈ। ਚਿੰਟੂ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਉਹ ਬੋਲਿਆ ਕਿ ਦੀਦੀ ਖਾਤਰ ਤੁਹਾਨੂੰ ਉਹ ਬਿਮਾਰ ਕਰ ਰਹੇ ਹਨ, ਉਹ ਤੁਹਾਡੇ ਨਾਲ ਚੰਗਾ ਨਹੀਂ ਕਰ ਰਹੇ ਹਨ। ਮੈਂ ਬੋਲੀ ਕਿ ਕੀ ਮਤਲਬ ਹੈ ਤੇਰਾ, ਤੂੰ ਕੀ ਆਖ ਰਿਹਾ ਹੈ? ਚਿੰਟੂ ਇੱਕਦਮ ਘਬਰਾ ਗਿਆ ਤੇ ਉੱਠ ਕੇ ਬਾਹਰ ਚਲਾ ਗਿਆ। ਹੁਣ ਮੈਨੂੰ ਯਕੀਨ ਹੋ ਗਿਆ ਕਿ ਕੁਝ ਨਾ ਕੁਝ ਤਾਂ ਜ਼ਰੂਰ ਗੜਬੜ ਹੈ ਤੇ ਇਸ ਰਾਜ ਤੋਂ ਮੈਂ ਪਰਦਾ ਹਟਾ ਕੇ ਹੀ ਰਹਾਂਗੀ। ਪਰ ਮੈਂ ਆਪਣੇ ਦਿਓਰ ਤੋਂ ਸਾਰੀ ਸੱਚਾਈ ਕਿਵੇਂ ਪਤਾ ਕਰਾਂ, ਇਸ ਗੱਲ ਦੀ ਮੈਨੂੰ ਸਮਝ ਹੀ ਨਹੀਂ ਆ ਰਹੀ ਸੀ। ਫਿਰ ਖਿਆਲ ਆਇਆ ਕਿ ਉਹ ਬੱਚਾ ਹੈ, ਉਸ ਨੂੰ ਲਾਲਚ ਦਿੱਤਾ ਜਾਵੇ ਤਾਂ ਜ਼ਰੂਰ ਦੱਸ ਦੇਵੇਗਾ। ਇੱਕ ਦਿਨ ਮੈਂ ਉਸ ਨੂੰ ਚਾਕਲੇਟ ਦਿੱਤੀ ਤੇ ਕਿਹਾ, ਮੈਨੂੰ ਦੱਸ ਮੇਰੇ ਨਾਲ ਕੀ ਕਰਦੀ ਹੈ। ਚਿੰਟੂ ਨੇ ਮੈਨੂੰ ਜੋ ਗੱਲ ਦੱਸੀ ਸੀ ਉਸ ਨੇ ਮੈਨੂੰ ਡਰਾ ਹੀ ਦਿੱਤਾ ਸੀ। ਮੇਰਾ ਤਾਂ ਦਿਮਾਗ ਚਕਰਾਉਣ ਲੱਗ ਗਿਆ ਸੀ।
ਹੁਣ ਤਾਂ ਮੈਂ ਬੰਟੀ ਦੇ ਆਉਣ ਦੀ ਉਡੀਕ ਕਰ ਰਹੀ ਸੀ। ਜਿਵੇਂ ਹੀ ਉਹ ਘਰ ਆਇਆ ਤਾਂ ਮੈਂ ਬੰਟੀ ਤੇ ਟੁੱਟ ਪਈ ਤੇ ਬੋਲੀ ਕਿ ਤੁਹਾਡੇ ਤੋਂ ਤਾਂ ਚਿੰਟੂ ਹੀ ਚੰਗਾ ਹੈ, ਜਿਸ ਨੇ ਮੇਰੇ ਤੇ ਤਰਸ ਖਾਧਾ। ਤੁਹਾਡੀ ਤੇ ਸੱਸ ਮਾਂ ਦੀ ਸਾਰੀ ਸੱਚਾਈ ਮੈਨੂੰ ਦੱਸ ਦਿੱਤੀ, ਜਦੋਂ ਕਿ ਤੁਸੀਂ ਤਾਂ ਮੈਨੂੰ ਤਬਾਹ ਤੇ ਬਰਬਾਦ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮੇਰੀ ਗੱਲ ਸੁਣ ਕੇ ਬੰਟੀ ਬਹੁਤ ਤੱਕ ਘਬਰਾ ਗਿਆ। ਉਸਨੇ ਮੇਰੇ ਸਾਹਮਣੇ ਹੱਥ ਜੋੜ ਲਏ ਤੇ ਬੋਲਿਆ, ਮੈਨੂੰ ਮਾਫ ਕਰ ਦੇ ਲਤਾ, ਮੈਂ ਬਹੁਤ ਜ਼ਿਆਦਾ ਮਜਬੂਰ ਸੀ। ਅਸਲ 'ਚ ਪਿਤਾ ਜੀ ਦੇ ਦੇਹਾਂਤ ਤੋਂ ਬਾਅਦ ਘਰ ਦੇ ਹਾਲਾਤ ਬਹੁਤ ਵਿਗੜ ਗਏ ਸਨ। ਛੋਟੀ ਭੈਣ ਖੂਨ ਦੀ ਕਮੀ ਕਾਰਨ ਬਿਮਾਰ ਰਹਿਣ ਲੱਗੀ ਤੇ ਡਾਕਟਰਾਂ ਨੇ ਉਸ ਦੇ ਇਲਾਜ ਲਈ ਕਾਫੀ ਪੈਸੇ ਮੰਗੇ ਸਨ। ਜਦੋਂ ਕਿ ਮੈਂ ਉਸ ਦੇ ਹਸਪਤਾਲ ਵਿੱਚ ਕੰਪਾਊਂਡਰ ਸੀ, ਮੈਂ ਕਾਫੀ ਸਾਲਾਂ ਤੋਂ ਕੰਮ ਕਰ ਰਿਹਾ ਸੀ ਤੇ ਮੈਨੂੰ ਕੰਮ ਵੀ ਆਉਂਦਾ ਸੀ। ਮੈਂ ਆਪਣੀ ਭੈਣ ਨੂੰ ਉੱਥੇ ਭਰਤੀ ਕਰਵਾਇਆ ਸੀ। ਉਸ ਨੂੰ ਖੂਨ ਦੀ ਬਹੁਤ ਜ਼ਿਆਦਾ ਕਮੀ ਸੀ, ਜਿਸ ਕਰਕੇ ਉਸ ਦੀ ਮੌਤ ਵੀ ਹੋ ਸਕਦੀ ਸੀ। ਮੇਰੀ ਮਾਂ ਸ਼ੂਗਰ ਦੀ ਮਰੀਜ਼ ਸੀ, ਜਿਸ ਕਰਕੇ ਉਹਨਾਂ ਦਾ ਖੂਨ ਨਹੀਂ ਕੱਢਿਆ ਜਾ ਸਕਦਾ ਸੀ। ਮੇਰਾ ਭਰਾ ਅਜੇ ਛੋਟਾ ਸੀ ਤੇ ਮੇਰਾ ਬਲੱਡ ਗਰੁੱਪ ਮੈਚ ਨਹੀਂ ਸੀ ਕਰਦਾ। ਮੈਂ ਕਿਵੇਂ ਨਾ ਕਿਵੇਂ 2 ਯੂਨਿਟ ਦਾ ਜੁਗਾੜ ਕਰ ਲਿਆ, ਪਰ ਅਜੇ ਵੀ 4 ਯੂਨਿਟ ਦੀ ਲੋੜ ਸੀ, ਪਰ ਕਿਤੋਂ ਵੀ ਇੰਤਜ਼ਾਮ ਨਹੀਂ ਹੋ ਰਿਹਾ ਸੀ। ਉਸ ਸਮੇਂ ਤੁਹਾਡਾ ਰਿਸ਼ਤਾ ਮੇਰੇ ਨਾਲ ਹੋ ਗਿਆ ਤੇ ਜਦੋਂ ਵਿਆਹ ਹੋਇਆ ਤਾਂ ਪਹਿਲੀ ਰਾਤ ਮੈਂ ਫੋਨ ਦਾ ਬਹਾਨਾ ਕਰਕੇ ਮਾਂ ਦੇ ਕਮਰੇ ਚਲਾ ਗਿਆ ਤੇ ਮਾਂ ਦੇ ਬੈੱਡ ਦੇ ਇੱਕ ਸਿਰਹਾਣੇ ਤੇ ਕਲੋਰੋਫਾਰਮ ਲਾ ਦਿੱਤੀ ਤੇ ਤੈਨੂੰ ਮਾਂ ਦੇ ਕਮਰੇ 'ਚ ਜਾਂਦੇ ਹੀ ਨੀਂਦ ਆ ਗਈ। ਜਦੋਂ ਤੇਰੇ ਬਲੱਡ ਗਰੁੱਪ ਦੀ ਜਾਂਚ ਕੀਤੀ ਤਾਂ ਮੇਰੀ ਭੈਣ ਦੇ ਖੂਨ ਨਾਲ ਮਿਲ ਗਿਆ। ਇਸ ਤੋਂ ਅਗਲੇ ਕੁਝ ਦਿਨਾਂ 'ਚ ਮੈਂ ਤੁਹਾਡਾ ਇੱਕ ਕਰਕੇ 4 ਯੂਨਿਟ ਖੂਨ ਲੈ ਲਿਆ, ਜਿਸ ਕਰਕੇ ਤੁਹਾਨੂੰ ਇੱਕਦਮ ਖੂਨ ਨਿਕਲਣ ਕਰਕੇ ਇੰਨੀ ਕਮਜ਼ੋਰੀ ਹੋ ਗਈ ਸੀ। ਪਰ ਹੁਣ ਮੇਰੀ ਭੈਣ ਬਿਲਕੁਲ ਠੀਕ ਹੈ ਤੇ ਰੋਜ਼ ਰਾਤ ਨੂੰ ਮੈਂ ਉਸੇ ਕੋਲ ਹੀ ਹਸਪਤਾਲ ਵਿੱਚ ਜਾਂਦਾ ਹਾਂ। ਲਤਾ, ਮੈਂ ਮੰਨਦਾ ਹਾਂ ਕਿ ਮੈਂ ਤੁਹਾਡੀ ਜ਼ਿੰਦਗੀ ਨੂੰ ਮੁਸ਼ਕਿਲ ਵਿੱਚ ਪਾਇਆ ਹੈ, ਪਰ ਮੈਨੂੰ ਪਤਾ ਸੀ ਕਿ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਕਮਜ਼ੋਰੀ ਆਵੇਗੀ। ਪਰ ਜਦੋਂ ਤੁਸੀਂ ਚੰਗਾ ਖਾਓਗੇ ਪੀਓਗੇ ਤਾਂ ਕੁਝ ਦਿਨਾਂ 'ਚ ਹੀ ਇਹ ਦੂਰ ਵੀ ਹੋ ਜਾਵੇਗੀ। ਪਰ ਮੇਰੀ ਭੈਣ ਖੂਨ ਤੋਂ ਬਿਨਾਂ ਠੀਕ ਹੀ ਨਹੀਂ ਹੋ ਸਕਦੀ ਸੀ। ਹੁਣ ਤੁਸੀਂ ਦੇਖੋ ਕਿ ਮੈਨੂੰ ਕੀ ਸਜ਼ਾ ਦੇਣੀ ਹੈ। ਮੈਂ ਇੱਕ ਚੰਗਾ ਇਨਸਾਨ ਸਾਬਤ ਹੋਇਆ ਕਿ ਨਹੀਂ ਪਤਾ ਨਹੀਂ ਮੈਨੂੰ, ਪਰ ਮੈਂ ਜਾਣਦਾ ਹਾਂ ਕਿ ਮੈਂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ। ਮੇਰੀ ਭੈਣ ਦੇ ਠੀਕ ਹੋਣ ਕਰਕੇ ਮੇਰੀ ਮਾਂ ਵੀ ਖੁਸ਼ ਰਹਿੰਦੀ ਹੈ ਤੇ ਉਹਨਾਂ ਦੀ ਸਿਹਤ ਵੀ ਚੰਗੀ ਹੋ ਰਹੀ ਹੈ। ਬੰਟੀ ਦੀਆਂ ਗੱਲਾਂ ਸੁਣ ਕੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਬੰਟੀ ਨੇ ਜੋ ਵੀ ਕੀਤਾ ਮਜਬੂਰੀ 'ਚ ਹੀ ਕੀਤਾ ਸੀ। ਉਹ ਸੱਚਮੁੱਚ ਬਹੁਤ ਚੰਗਾ ਇਨਸਾਨ ਸੀ। ਮੈਂ ਭੱਜ ਕੇ ਬੰਟੀ ਦੇ ਗੱਲ ਲੱਗ ਗਈ ਤੇ ਉਸ ਨੂੰ ਮਾਫ ਕਰ ਦਿੱਤਾ ਤੇ ਆਪਣੀ ਸੱਸ ਨੂੰ ਵੀ ਮਾਫ ਕਰ ਦਿੱਤਾ। ਸ਼ਾਮ ਨੂੰ ਅਸੀਂ ਹਸਪਤਾਲ ਗਏ ਤੇ ਆਪਣੀ ਨਨਾਣ ਨੂੰ ਛੁੱਟੀ ਦਿਵਾ ਕੇ ਘਰ ਲੈ ਆਏ। ਉਹ ਵੀ ਇੱਕ ਚੰਗੀ ਇਨਸਾਨ ਸੀ ਤੇ ਘਰ ਆ ਕੇ ਮੇਰੇ ਗੱਲ ਲੱਗ ਕੇ ਬਹੁਤ ਰੋਈ ਤੇ ਮੇਰਾ ਧੰਨਵਾਦ ਕੀਤਾ ਤੇ ਬੋਲੀ ਕਿ ਤੁਹਾਡੇ ਕਰਕੇ ਮੇਰੀ ਜਾਨ ਬਚ ਗਈ। ਪਰਮਾਤਮਾ ਦੀ ਕਿਰਪਾ ਹੈ ਕਿ ਹੁਣ ਸਾਡਾ ਪਰਿਵਾਰ ਬਿਲਕੁਲ ਸੁਖੀ ਪਰਿਵਾਰ ਹੈ ਤੇ ਅਸੀਂ ਸਾਰੇ ਮਿਲ ਜੁਲ ਕੇ ਰਹਿੰਦੇ ਹਾਂ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਫਿਰ ਮਿਲਾਂਗੇ ਇੱਕ ਹੋਰ ਨਵੀਂ ਕਹਾਣੀ ਵਿੱਚ। ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਰੱਬ ਰਾਖਾ।